ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਇਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਅੱਲਾ ਬੀਠਲ ਗੋਡ ਸੁਪਰੀਮ ਪਾਵਰ ਜੋ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਧਰਤੀ ਦਾ ਟੁਕੜਾ ਜਿਹੜਾ ਪਾਣੀ ਦੇ ਉੱਪਰ ਖੜਾ ਹੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਧਰਤੀ ਦੇ ਉੱਪਰ ਜੀਵਨ ਦੀ ਰੌਂ ਚੱਲ ਰਹੀ ਹੈ। ਇਹੋ ਜਿਹੀਆਂ ਧਰਤੀਆਂ, ਇਹੋ ਜਿਹੇ ਜੀਵਨ ਹੋਰ ਪਤਾ ਨਹੀਂ ਕਿੰਨੇ ਕੁ ਹੋਣਗੇ। ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਆਪਾਂ ਨੂੰ ਨਵਾਂ ਦਿਨ ਦੇਖਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਪਤਾ ਨਹੀਂ ਕਿੰਨੇ ਰਾਤ ਸੁੱਤੇ ਪਏ ਰਹਿ ਗਏ ਹੋਣਗੇ। ਇਸ ਕਰਕੇ ਸਭ ਤੋਂ ਪਹਿਲਾਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ, ਧੰਨਵਾਦ ਕਰੀਏ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਜੀ ਰਹੇ ਹਾਂ, ਜਿਉਂਦੇ ਹਾਂ। ਉਹ ਪਰਮਾਤਮਾ ਨੇ ਬਹੁਤ ਵਿਧੀਆਂ ਦੇ ਨਾਲ, ਬਹੁਤ ਸਿਧਾਂਤਾਂ ਦੇ ਨਾਲ ਇਹ ਧਰਤੀ, ਸੂਰਜ, ਚੰਨ, ਤਾਰੇ ਬਣਾਏ, ਕੁਦਰਤ ਬਣਾਈ, ਅਤੇ ਇਹ ਕੁਦਰਤ ਦੇ ਵਿੱਚ ਸਭ ਤੋਂ ਸੁਪਰੀਮ, ਸਭ ਤੋਂ ਜ਼ਿਆਦਾ ਅਕਲ ਵਾਲਾ, ਲਿਆਕਤ ਵਾਲਾ ਮਨੁੱਖ ਬਣਾਇਆ। ਕਿਉਂਕਿ ਮਨੁੱਖ ਦੇ ਕੋਲ ਦਿਮਾਗ ਆ। ਹੁਣ ਪਸ਼ੂ ਪੰਛੀ ਜਿੰਨਾ ਜਿੰਨਾ ਉਹਨਾਂ ਕੋਲ ਹੈ, ਭੋਗ ਜੂਨੀ ਵੀ ਕਿਹਾ ਜਾਂਦਾ। ਇੱਕ ਕੁੱਤਾ ਸਦਾ ਕੁੱਤਾ ਹੀ ਰਹੇਗਾ, ਇੱਕ ਬਿੱਲੀ ਸਦਾ ਬਿੱਲੀ ਹੀ ਰਹੇਗੀ, ਇੱਕ ਕਬੂਤਰ ਸਦਾ ਕਬੂਤਰ ਹੀ ਰਹੇਗਾ। ਪਰ ਮਨੁੱਖ ਦੇ ਕੋਲ ਐਸੀ ਕਲਾ, ਐਸੀ ਸ਼ਕਤੀ ਦਿਮਾਗ ਦੀ ਪਰਮਾਤਮਾ ਵਾਹਿਗੁਰੂ ਨੇ ਦੇ ਦਿੱਤੀ ਕਿ ਇਹ ਜੀਵਨ ਜਿਉਂਦਾ ਦੇਵਤਾ ਬਣ ਸਕਦਾ ਹੈ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਦੇਵਤਾ ਬਣਨ ਦੇ ਵਾਸਤੇ ਸਾਨੂੰ ਗਿਆਨ ਦੀ ਜ਼ਰੂਰਤ ਹੈ। ਮਨੁੱਖ ਪਸ਼ੂਆਂ ਦੇ ਨਾਲੋਂ ਵੱਖਰਾ ਕਿਉਂ ਆ? ਕਿਉਂਕਿ ਮਨੁੱਖ ਦੇ ਕੋਲ ਦਿਮਾਗ ਦੀ ਦਾਤ ਆ। ਇਸ ਦਿਮਾਗ ਨੂੰ ਵਰਤ ਕੇ, ਸਿੱਖ ਕੇ ਮਨੁੱਖ ਬਹੁਤ ਆਤਮਿਕ ਉਚਾਈਆਂ ਨੂੰ ਛੂਹ ਸਕਦਾ। ਅਗਰ ਇਹ ਤਿੰਨਾਂ ਗੁਣਾਂ ਦੇ ਵਿੱਚ ਫਸ ਕੇ ਰਹਿ ਗਿਆ, ਅਗਰ ਮਟੀਰੀਅਲ ਵਰਲਡ ਦੇ ਵਿੱਚ ਫਸ ਕੇ ਰਹਿ ਗਿਆ, ਤਾਂ ਫਿਰ ਕੀ ਹੁੰਦਾ? ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਸਾਨੂੰ ਗੁਰੂ ਦੇ ਨਾਲ ਜੁੜਨਾ ਚਾਹੀਦਾ, ਗਿਆਨ ਦੇ ਨਾਲ ਜੁੜਨਾ ਚਾਹੀਦਾ। ਅਤੇ ਸਾਡੇ ਸਿੱਖਾਂ ਦੀ ਤਾਂ
ਖੁਸ਼ਕਿਸਮਤੀ ਹੈ, ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਦਸ਼ਮੇਸ਼ ਪਿਤਾ ਨੇ ਗਿਆਨ ਗੁਰੂ ਦੇ ਲੜ ਲਾਇਆ। ਸਾਡੇ ਗੁਰੂ ਸਾਹਿਬਾਨਾਂ ਨੂੰ ਸੀਸ ਝੁਕਦਾ, ਪੰਜਵੇਂ ਪਾਤਸ਼ਾਹ ਜੀ ਨੂੰ ਸੀਸ ਝੁਕਦਾ, ਜਿਨ੍ਹਾਂ ਨੇ ਸਾਰੀ ਗੁਰਬਾਣੀ ਨੂੰ ਇਕੱਤਰ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗਿਆਨ ਦਾ ਭੰਡਾਰ ਹਨ। ਕੋਈ ਵੀ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ ਕੇ ਗਿਆਨ ਲੈ ਕੇ ਆਪਣਾ ਜੀਵਨ ਸਫਲ ਕਰ ਸਕਦਾ। ਗੁਰੂ ਤੋਂ ਬਿਨਾ ਗਿਆਨ ਨਹੀਂ। ਗੁਰਬਾਣੀ ਦਾ ਫਰਮਾਨਾ, ਜੇ 100 ਚੰਦਾ ਉਗਵੈ ਹੈ, ਸੂਰਜ ਚੜ੍ਹੇ 1000, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ, ਤੇ ਗਿਆਨ ਤੋਂ ਬਿਨਾ ਧਿਆਨ ਨਹੀਂ, ਧਿਆਨ ਤੋਂ ਬਿਨਾ ਨਾਮ ਨਹੀਂ, ਨਾਮ ਤੋਂ ਬਿਨਾ ਮਿਲਾਪ ਨਹੀਂ, ਮਿਲਾਪਤਾ ਤੋਂ ਬਿਨਾ ਆਨੰਦ ਨਹੀਂ। ਆਨੰਦ ਤੱਕ ਮਨੁੱਖ ਨੇ ਪਹੁੰਚਣਾ ਹੁੰਦਾ। ਗੁਰਮੁਖ ਪਿਆਰਿਓ, ਦੇਖੋ ਜਿਵੇਂ ਜੀਵਨ ਮੰਨ ਲਓ 70 ਸਾਲ ਦਾ ਪੈਕੇਜ, 70 ਸਾਲ ਦੀ ਉਮਰ ਪ੍ਰਮਾਤਮਾ ਵਾਹਿਗੁਰੂ ਨੇ ਦੇ ਕੇ ਭੇਜ ਦਿੱਤਾ, ਜਾਂ 70 ਸਾਲ ਦੀ ਉਮਰ ਮੰਨ ਲਓ। ਹੁਣ ਉਹ 70 ਸਾਲ ਜਿਉਂਦਾ ਤਾਂ ਧਰਤੀ ਦੇ ਉੱਪਰ ਰਹਿਣਾ, ਪਰ ਉਹ 70 ਸਾਲ ਦੇ ਵਿੱਚ ਕੀਤਾ ਕੀ, ਕਿਹੋ ਜਿਹਾ ਜੀਵਨ ਬਤੀਤ ਕਰਕੇ ਮਨੁੱਖ ਗਿਆ, ਇਹਦੀ ਅਹਿਮੀਅਤ ਆ। ਜਾਂ ਐਂ ਕਹਿ ਲਈਏ ਵੀ ਕੁਝ ਲੋਕ ਆ ਜਿਹੜੇ ਜ਼ਿੰਦਗੀ ਦੀ ਦਿਨ ਕਟੀ ਕਰਦੇ ਆ, ਤੇ ਕੁਝ ਲੋਕ ਆ ਜਿਹੜੇ ਜੀਵਨ ਦਾ ਆਨੰਦ ਮਾਣ ਕੇ ਜਾਂਦੇ ਆ। ਮਨੁੱਖ ਨੂੰ ਸ਼ਾਂਤੀ ਦੀ ਲੋੜ ਆ, ਸ਼ਾਂਤੀ ਤੋਂ ਬਾਅਦ ਆਨੰਦ ਆਵੇਗਾ। ਤੇ ਮਨੁੱਖ ਦਾ ਮਨ ਆ ਜਿਹੜਾ ਜਿੰਨਾ ਚਿਰ ਮਟੀਰੀਅਲ ਵਰਲਡ ਦੇ ਵਿੱਚ ਫਸਿਆ ਰਹਿੰਦਾ, ਜਿੰਨਾ ਚਿਰ ਹੋਰ ਮਨੁੱਖ ਦੀ ਤਮਾ ਵੱਧਦੀ ਜਾਂਦੀ ਤੇ ਮਨੁੱਖ ਦੇ ਵਿੱਚ ਫਸਦਾ ਜਾਂਦਾ। ਤੇ ਧਰਮ ਦੇ ਕੰਮ ਜਿਹੜੇ ਮਨੁੱਖ ਕਰਦਾ ਉਹ ਸੈਕਿੰਡ ਕਰਦਾ ਆਮ ਤੌਰ ਤੇ, ਪਹਿਲਾਂ ਦੁਨਿਆਵੀ ਕੰਮ ਮੁੱਖ ਤੌਰ ਤੇ ਹੁੰਦੇ ਆ ਬੰਦੇ ਦੇ। ਬਸ ਗੁਰਮੁਖ ਦਾ ਤੇ ਮਨਮੁਖ ਦਾ ਫਰਕ ਇਹੀ ਹੈ ਕਿ ਗੁਰਮੁਖ ਆ ਜਿਹੜਾ ਉਹ ਧਰਮ ਦੇ ਕੰਮ, ਪਰਮਾਤਮਾ ਨੂੰ ਯਾਦ ਕਰਨਾ, ਉਹਦੀ ਰਜ਼ਾ ਦੇ ਵਿੱਚ ਰਹਿਣਾ, ਇਹ ਪਹਿਲੇ ਨੰਬਰ ਤੇ ਆ। ਉਸ ਤੋਂ ਬਾਅਦ ਦੁਨਿਆਵੀ ਕੰਮ ਆ, ਤੇ ਸਾਡੇ ਦੁਨੀਆਦਾਰੀ ਦੇ ਬੰਦਿਆਂ ਦੇ ਪਹਿਲਾਂ ਦੁਨਿਆਵੀ ਕੰਮ ਆ। ਜੇ ਟਾਈਮ ਲੱਗਿਆ ਤਾਂ ਮੱਥਾ ਟੇਕ ਆਵਾਂਗੇ, ਜੇ ਪੱਗ ਦਾ ਲੜ ਨਾ ਸੂਤ ਆਇਆ ਤਾਂ ਚੱਲ ਅੱਜ ਰਹਿਣ ਦਿੰਨੇ ਆ। ਅਸੀਂ ਅਫਸੋਸ ਇੱਥੇ ਤੱਕ ਸੀਮਤ ਰਹਿ ਗਏ ਹਾਂ, ਜਦ ਕਿ ਮੱਥਾ ਟੇਕ ਕੇ ਮੁੜਨ ਲੱਗੇ ਗੁਰਮੁਖ ਪਿਆਰੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੂੰ ਆਪਾਂ ਹਾਜ਼ਰ ਨਾਜ਼ਰ ਕਹਿੰਦੇ ਆ। ਹਾਜ਼ਰ ਤੇ ਨਾਜ਼ਰ ਦਾ ਮਤਲਬ ਵੀ ਇਹ ਆ ਵੀ ਇੱਕ ਤਾਂ ਹੁੰਦਾ ਪ੍ਰਿੰਸੀਪਲ ਹਾਜ਼ਰ ਹੈ, ਪਰ ਆਪਣੇ ਦਫ਼ਤਰ ਦੇ ਵਿੱਚ ਆ, ਸਾਰਿਆਂ ਤੇ ਨਿਗਾਹ ਨਹੀਂ। ਇੱਕ ਹੈ ਪ੍ਰਿੰਸੀਪਲ ਹਾਜ਼ਰ ਵੀ ਆ ਤੇ ਸਾਰਿਆਂ ਤੇ ਨਜ਼ਰ ਵੀ ਆ, ਨਾਜ਼ਰ ਵੀ ਆ, ਨਿਗਾਹ ਵੀ ਹੈ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸਭ ਦੇ ਉੱਪਰ ਨਜ਼ਰ ਵੀ ਹੈ ਤੇ ਉਹ ਹਾਜ਼ਰ ਵੀ ਹੈ। ਉਸ ਪਰਮਾਤਮਾ ਨੂੰ ਮਿਲਾਪ ਦੇ ਵਾਸਤੇ ਸਾਨੂੰ ਕੁਝ ਨਾ ਕੁਝ ਕਰਨਾ ਪੈਂਦਾ। ਉਹਦੇ ਵਿੱਚ ਸਭ ਤੋਂ ਮੁੱਖ ਹੈ ਸਤ ਸੰਗਤ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਸਤ ਸੰਗਤ ਵੀ ਉਹਨੂੰ ਕਿਹਾ ਜਾਂਦਾ ਜਿੱਥੇ ਨਾਮ ਦਾ ਬਖਿਆਨ ਹੋਵੇ, ਜਿੱਥੇ ਮਨੁੱਖ ਨੂੰ ਪਤਾ ਲੱਗੇ ਵੀ ਮੈਂ ਕਿੱਥੋਂ ਆਇਆ, ਕਿਉਂ ਆਇਆ, ਕੀ ਕਰਨ ਆਇਆ, ਕੀ ਮੈਂ ਉਹ ਕੰਮ ਕਰ ਲਿਆ ਕਿ ਨਹੀਂ ਕਰ ਲਿਆ। ਇਹ ਸਾਰਾ ਕੁਝ ਪਤਾ ਕਿਵੇਂ ਲੱਗਦਾ? ਗੁਰਬਾਣੀ ਨਾਲ ਜੁੜ ਕੇ। ਸੋ ਗੁਰਬਾਣੀ ਸਰਬ ਸਾਂਝੀ ਗੁਰਬਾਣੀ ਹੈ। ਜਿਵੇਂ ਆਪਾਂ ਇੱਥੋਂ ਵਿਚਾਰ ਕਰਨ ਲੱਗੇ ਹਾਂ, ਪਿੰਡ ਅਖਾੜੇ ਤੋਂ ਸ਼ੁਰੂ ਕੀਤਾ। ਇਹ ਦੂਜੀ ਪਾਰੀ ਆ ਜਿਹੜੀ, ਪਹਿਲਾਂ ਅਸੀਂ 101 ਭਾਗ ਕੀਤਾ, ਹੁਣ ਇਹ ਦੂਜਾ ਜਿਹੜਾ ਹੈ ਅਸੀਂ ਥੋੜ੍ਹੇ ਰੁਕਾਵਟ ਤੋਂ ਬਾਅਦ ਸ਼ੁਰੂ ਕਰ ਰਹੇ ਹਾਂ। ਸੋ ਕਹਿਣ ਤੋਂ ਭਾਵ ਮਤਲਬ ਇਹ ਹੈ ਵੀ ਮੇਰੇ ਨਗਰ ਦੇ ਪਿੰਡ ਅਖਾੜੇ ਦੇ ਲੋਕ, ਮੇਰੇ ਭੈਣ ਭਰਾ, ਚਾਹੇ ਕਿਸੇ ਨੂੰ ਵੀ ਮੰਨਦੇ ਆ, ਕਿਤੇ ਵੀ ਜਾਂਦੇ ਆ, ਕੁਝ ਵੀ ਕਰਦੇ ਆ, ਪਰ ਮੇਰੇ ਨਗਰ ਦੇ ਆ, ਮੇਰੇ ਆਪਣੇ ਆ। ਸਾਡਾ ਫਰਜ਼ ਬਣਦਾ ਪਿਆਰ ਦੇ ਨਾਲ ਸਮਝਾ ਕੇ ਉਹਨਾਂ ਨੂੰ ਗੁਰਬਾਣੀ ਦੇ ਲੜ ਲਾਉਣਾ।
जद कि गुरबाणी है जिहड़ी ये सर्ब सांझी गुरबाणी है, किसी दे नाल वितकरा नहीं, सिर्फ आत्मा ते परमात्मा दे मिलाप दे जुगतियां ढंग तरीके मैथड गुर दसे होए आ गुरबाणी दे विच। जिन्ना कि मैनू 15 साल तकरीबन अंदाजे दे नाल मैनू हो गए इधरले पासे, जिन्ने कि मैनू नुकते लभे जां जुगतियां लभियां जां गुरबाणी नूं पढ़ के मेरी तुच्छ बुद्धि च समझ पई, वो मैं सारी अपने गुरमुख प्यारियां दे नाल सांझी करना चाहुंदा। सो बहुत वधिया आ साधन जिहड़ा मिलिया होया, ये भी बहुत वधिया कि अपने मन दे विचार बंदा संगत दे अगे रख सकदा। क्योंकि गुरबाणी, जे गुरबाणी धन श्री गुरु ग्रंथ साहिब जी की गल करिए ना, मेरियां उदाहरणां भी थोड़ियां जिहियां उदाहरण होणगियां, देसी तरीके दियां होणगियां, तां कि सानू औखी गुरबाणी जिहड़ी लगदी आ वो सौखी लगन लग जावे। गुरबाणी औखी नहीं है, पंजाबी दे विच गुरबाणी है सौखी बहुत आ, बस थोड़ी जी मेहनत की लोड़ आ। जदों इधर शौक पै गया, जरूरत पै गई, आनंद आउणा शुरू हो गया, जद असीं जिहड़े धार्मिक बंदे आ ये इक्को ही गल सारे कहण लग गए भी गुरबाणी पढ़नी सुननी समझनी बहुत जरूरी आ, हर एक सिख दा सिलेबस आ होना चाहिदा। उस दिन विकास आ जिहड़ा सिख कौम दे विच आउणा शुरू हो जाएगा। गुरबाणी दा फरमान आ, आहर सब करदा फिरै आहर एक न होए, जित आहर जग उधरै बिरला बूझै कोई। इहो जे आहर भी सानू करने चाहिए आ कि असी खुद भी गुरबाणी नू पढ़ सुन समझ सकीए, ते साडे आउण वाले बच्चे भी गुरबाणी दे लड़ लग के वहिमां भरमां ते जिहड़ा कर्म कांडां तो बच के सच्चे परमात्मा अकाल पुरख वाहिगुरू दे नाल साडी जिहड़ी आत्मा वो परमात्मा दे नाल जुड़ सके, साडा जीवन आ जिहड़ा सफल हो सके, असीं भी उस आनंद तक पहुँच सकीए जिथे तक गुरमुख प्यारे पहुँच जाते हैं। औखा काम नहीं है, आनंद भया मेरी माए सतगुरु मैं पाया। सतगुरु दे नाल जुड़न दा मतलब ही यह आ कि सानू आनंद आ जावे, साडी आत्मा ते परमात्मा दा पिया होया विछोड़ा वो खत्म हो जावे। जिद्दे आत्मा ते परमात्मा दा अंदरों मिलाप हो गया। एक गल गुरमुख प्यारिओ ये आ बई मनुख आ ना जिहड़ा आपदे मन की शांति बाहरों भालदा फिरदा, बाहरों नहीं मिलनी। बस ये गल पक्की आ, गारंटी है। शांति कित्थे आ? अंदर आ। जड़ तक जाना पऊगा। जड़ की है? तन पिर का एक ही संग बासा, बिच हऊँ मैं पीत करारी। दस्या होया, समझाया होया कि धन पिर पति पत्नी आत्मा परमात्मा दा तेरे अंदर ही वासा भाई। बिच कारण की है? हउमै पीत करारी। ते गुरु नाल जुड़, जिमें जिमें तेनू ज्ञान हुंदा जाऊगा, जिमें जिमें दुनिया नू देखदा जावेगा, जिमें जिमें विचारदा जावेगा, वो परमात्मा अकाल पुरख दे कम्मां नू समझदा जावेगा, कुदरत नू जानन लग जाएगा, कुदरत नू समझण लग जाएगा। ते फायदा की होवेगा? वो अकाल पुरख परमात्मा नू एक तां बंदा हाजर नाजर समझण लग जांदा, कुदरत दे राही देखण लग जांदा। पत्ते वध रहे आ, बच्चा छोटा पता नहीं किहड़े वेले वधदा, उहदे कपड़े छोटे हो रहे आ, भोजन किवें हजम हो रहा, किवें फलां दे विच रस पै रहा, किवें मिर्चां कौड़ियां हो रहीआं। ये सारा कुछ जदों खुल गया ना दिमाग मनुख दा, ये सारा कुछ समझ लगन लग जाना। सब तो वड्डी गल की है कि मैं किवें तुरिया फिरदा, मेरे चों की निकल जांदा। जद बंदा फट्टे अंगू पिया हुंदा, वो किहड़ी चीज़ आ, वो किन्ना चिर रहनी है ये भी पता सानू भी थोड़ा चिर ही है साडी सब दी। क्योंकि गुरबाणी दे विच तां इह भी समझाया, हम आदमी हाँ एकदमी, एक दम दा वसा। क्योंकि गुरबाणी जिहड़ी है लॉजिक आ, लॉजिक के आधार पर समझाउंदी है किवें असीं एकदमी आ। जिहड़ा सुआस लै लिया गुरमुख प्यारिओ,
ਉਹ ਤਾਂ ਕਾਰਬਨ ਡਾਈਆਕਸਾਈਡ ਦੇ ਵਿੱਚ ਬਦਲ ਗਿਆ। ਹੁਣ ਨਵਾਂ ਸਵਾਸ ਆਵੇਗਾ, ਆਕਸੀਜਨ ਅੰਦਰ ਜਾਵੇਗੀ ਤਾਂ ਮੈਂ ਜਿੰਦਾ ਰਹੂੰਗਾ। ਪਰਸੋਂ ਚੌਥੇ ਇੱਕ ਕਈ ਗੱਲਾਂ ਜਿਹੜੀਆਂ ਆਪਣੇ ਫੋਨਾਂ 'ਤੇ ਜਾਂ ਵਧੀਆ ਵੀ ਮਿਲ ਜਾਂਦੀਆਂ ਦੇਖਣ ਨੂੰ, ਉਹ ਕਿਸੇ ਬੰਦੇ ਨੇ ਪਾਇਆ ਹੋਇਆ ਬੜੀ ਵਧੀਆ ਜਾਣਕਾਰੀ। ਕਹਿੰਦਾ ਜੇ 5 ਸੈਕਿੰਡ ਵਾਸਤੇ ਵੀ ਆਕਸੀਜਨ ਬੰਦ ਹੋ ਜਾਵੇ ਨਾ ਤੇ ਸਾਰਾ ਕੁਝ ਢਹਿ ਢੇਰੀ ਹੋ ਜਾਵੇਗਾ, ਜਹਾਜ਼ ਡਿੱਗ ਪੈਣਗੇ, ਬਿਲਡਿੰਗਾਂ ਡਿੱਗ ਪੈਣਗੀਆਂ। ਉਹ ਕੁਦਰਤ ਨੇ ਕਿਸ ਤਰ੍ਹਾਂ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਬੰਦੇ ਨੂੰ ਜਿਉਂਦਾ ਰੱਖਿਆ, ਕਿਸ ਤਰ੍ਹਾਂ ਵਾਤਾਵਰਨ ਬਣਾਇਆ, ਕਿਸ ਤਰ੍ਹਾਂ ਸਵਾਸ ਦੇ ਰਿਹਾ। ਅੱਜ ਤੱਕ ਦੁਨੀਆ ਦੇ ਵਿੱਚ ਐਸੀ ਕੋਈ ਮਸ਼ੀਨ ਨਹੀਂ ਬਣੀ ਵੀ ਖਾਣਾ ਪਾ ਦਈਏ ਤੇ ਖੂਨ ਨਿਕਲਿਆ ਵੇ। ਬੰਦੇ ਦੇ ਅੰਦਰ ਕੀ ਚੀਜ਼ ਆ, ਕੈਸੀ ਸਿਸਟਮ ਆ, ਕਿਵੇਂ ਸਾਰਾ ਕੁਝ ਚੱਲ ਰਿਹਾ, ਕਿਵੇਂ ਜੋੜ ਆ, ਜੇ ਮਾੜੇ ਜਿਹੇ ਜੋੜ ਦਰਦ ਕਰਨ ਲੱਗ ਜਾਣ, ਕਿਤੇ ਮਾੜੀ ਜੀ ਤਕਲੀਫ ਕਿਸੇ ਤਰ੍ਹਾਂ ਦੀ ਹੋ ਜੇ ਤਾਂ ਬੰਦੇ ਦੀ ਹਾਏ ਬੂ ਨਿਕਲਦੀ ਆ। ਤੇ ਕਿੱਡਾ ਬੰਦੇ ਦਾ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਕਿਵੇਂ ਖੂਨ ਸਾਫ਼ ਹੋਈ ਜਾਂਦਾ, ਕਿਵੇਂ ਅੰਦਰ ਹੀ ਪੰਪ ਕਰੀ ਜਾਂਦਾ, ਕਿਵੇਂ ਹਾਰਟ ਬੀਟ ਚੱਲੀ ਜਾਂਦੀ ਹੈ। ਇਹ ਸਾਰਾ ਕੁਝ ਨੂੰ ਦੇਖਦੇ ਹੋਏ ਮਨੁੱਖਾ, ਐ ਮੇਰੇ ਮਨਾ, ਉਹ ਪਰਮਾਤਮਾ ਹਾਜ਼ਰ ਨਾਜ਼ਰ ਆ, ਉਹਨੂੰ ਭੁੱਲ ਨਾ, ਉਹਨੂੰ ਜਾਣ। ਉਹਦੀ ਕਿਰਪਾ ਦੇ ਨਾਲ ਹੀ ਦੇਖੋ, ਜੇ ਟਾਈਮ ਪੀਸ ਬਣਿਆ, ਟਾਈਮ ਪੀਸ ਦੇਖ ਰਹੇ ਆ ਤਾਂ ਉਹਦੀ ਕੋਈ ਨਾ ਕੋਈ ਫੈਕਟਰੀ ਵੀ ਹੈ। ਜੇ ਕੋਈ ਚੀਜ਼ ਬਣੀ, ਕੋਈ ਕੈਮਰਾ ਬਣਿਆ ਤਾਂ ਇਹ ਕੈਮਰਾ ਬਣਾਉਣ ਦੀ ਫੈਕਟਰੀ ਵੀ ਹੈ। ਕੈਮਰਾ ਸਬੂਤ ਆ ਵੀ ਇਹਦੀ ਫੈਕਟਰੀ ਵੀ ਹੈ। ਜੇ ਮਨੁੱਖ ਬਣਿਆ, ਜੇ ਮਨੁੱਖ ਇੰਨੀ ਗੁੰਝਲਦਾਰ ਮਸ਼ੀਨਰੀ ਬਣਾਈ ਆ ਤਾਂ ਇਹਦਾ ਮਤਲਬ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵੀ ਹੈ, ਜਿਹਨੇ ਐਸਾ ਮਾਡਲ ਮਨੁੱਖ ਦਾ ਬਣਾਇਆ ਕਿ ਸਦੀਆਂ ਤੱਕ ਕੁਝ ਬਦਲਣ ਦੀ ਲੋੜ ਨਹੀਂ। ਜਿਹੋ ਜਿਹੀ ਸ਼ਕਲ ਸੂਰਤ ਦੇ ਦਿੱਤੀ, ਪ੍ਰਵਾਨ ਕਰੋ ਤੇ ਆਪਣੀ ਸੀਰਤ ਨੂੰ, ਇੱਕ ਹੁੰਦੀ ਆ ਸੂਰਤ, ਇੱਕ ਹੁੰਦੀ ਆ ਸੀਰਤ। ਸੂਰਤ ਬਦਲੀ ਨਹੀਂ ਜਾ ਸਕਦੀ, ਸੀਰਤ ਬਦਲੀ ਜਾ ਸਕਦੀ ਹੈ। ਸੀਰਤ ਕਿਵੇਂ ਬਦਲੀ ਜਾ ਸਕਦੀ ਹੈ? ਜਿਹੋ ਜਿਹਾ ਅਸੀਂ ਸੁਣਾਂਗੇ ਉਹੋ ਜਿਹੇ ਅਸੀਂ ਬਣਦੇ ਜਾਵਾਂਗੇ। ਸੋ ਸਾਨੂੰ ਸਭ ਤੋਂ ਪਹਿਲਾਂ ਸੁਣਨਾ ਚੰਗਾ ਚਾਹੀਦਾ। ਗੁਰਬਾਣੀ ਦੇ ਗਿਆਨ ਤੋਂ ਉੱਪਰ ਕੁਝ ਵੀ ਨਹੀਂ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਮਲ ਮਲ ਨਹਾਈ ਚੱਲੀ, ਤੇਰੇ ਅੰਦਰ ਹੀ ਤੀਰਥ ਬਣ ਜਾਣਾ। ਇਸ ਕਰਕੇ ਭਾਈ ਗੁਰਬਾਣੀ ਦੇ ਨਾਲ ਜੁੜਨਾ ਸਾਨੂੰ ਬਹੁਤ ਜ਼ਰੂਰੀ ਹੈ। ਉਹ ਪਰਮਾਤਮਾ ਵਾਹਿਗੁਰੂ ਦੀਆਂ ਬਾਕੀ ਦੀਆਂ ਚੀਜ਼ਾਂ, ਮਟੀਰੀਅਲ ਵਰਲਡ ਤਾਂ ਬਾਅਦ ਦੇ ਵਿੱਚ ਆ। ਸਭ ਤੋਂ ਪਹਿਲਾਂ ਤੰਦਰੁਸਤੀ ਹੈ ਗੁਰਮੁਖ ਪਿਆਰਿਓ। ਸਵੇਰ ਵੇਲੇ ਉੱਠ ਕੇ ਜਿਸ ਵੀ ਹਾਲਤ ਦੇ ਵਿੱਚ ਆ, ਕਿਸੇ ਵੀ ਕਿੱਥੇ ਵੀ ਪਏ ਆ, ਇੱਕ ਵਾਰੀ ਉੱਠਣ ਸਾਰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੀਏ। ਚਾਹੇ ਉਹਨੂੰ ਅੱਲਾ ਕਹਿ ਲਈਏ, ਚਾਹੇ ਬੀਠਲ ਕਹਿ ਲਈਏ, ਚਾਹੇ ਗੋਡ ਕਹਿ ਲਈਏ ਤੇ ਚਾਹੇ ਵਾਹਿਗੁਰੂ ਕਹਿ ਲਈਏ। ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।